ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਅੱਗੇ ਸਹਿਸਕ੍ਰਿਤੀ ਸਲੋਕ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਬਿਨੋਦ ਸੁਤ ਹੈ। ਸੋ ਮਹਾਰਾਜ ਫਰਮਾਉਂਦੇ ਹਨ, ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਜਿਹਦਾ ਨਾਮ ਸੱਚਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਤੇ ਪੁਰਖ ਪੂਰਨ ਹੈ, ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ ਹਸਤੀ ਆ, ਜੂਨੀ ਜੂਨਾਂ 'ਚ ਨਹੀਂ ਆਉਂਦਾ, ਸੈਭੰ ਸੁਤੇ ਪ੍ਰਕਾਸ਼ ਹੈ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੈ। ਹੁਣ ਜਿਸ ਵੇਲੇ ਸਮੇਂ ਅਨੁਸਾਰ ਗੋਪਾਲ ਦਾਸ ਦੇ ਘਰ ਵਿੱਚ ਦੋ ਪੋਤਰੇ ਹੋਏ, ਹਰੀ ਲਾਲ ਤੇ ਕ੍ਰਿਸ਼ਨ ਲਾਲ ਪੈਦਾ ਹੋਏ, ਤਾਂ ਇਹ ਵੀ ਵਿੱਦਿਆ ਪੜ੍ਹ ਕੇ ਬੜੇ ਭਾਰੀ ਵਿਦਵਾਨ ਬਣ ਗਏ। ਇਹਨਾਂ ਨੇ ਗ੍ਰੰਥ ਪੜ੍ਹ ਪੜ੍ਹ ਕੇ ਯਾਦ ਤਾਂ ਬਹੁਤ ਕਰ ਲਏ, ਪਰ ਮਨ ਨੂੰ ਸ਼ਾਂਤੀ ਨਹੀਂ ਆਈ। ਸਾਰਾ ਦਿਨ ਕਲਪਦਿਆਂ ਹੀ ਬੀਤਿਆ ਕਰੇ। ਇੱਕ ਦਿਨ ਦਿਲ 'ਚ ਵਿਚਾਰ ਆਈ ਕਿ ਸਾਡੇ ਵੱਡਿਆਂ ਦਾ ਜੋ ਲਾਇਬ੍ਰੇਰੀ ਹੈ, ਪੁਸਤਕਾਲਿਆ ਹੈ, ਇਹਨੂੰ ਖੋਜੀਏ, 'ਚੋਂ ਕੋਈ ਨਾ ਕੋਈ ਇਹੋ ਜਿਹੀ ਚੀਜ਼ ਸਾਨੂੰ ਜ਼ਰੂਰ ਮਿਲੇਗੀ ਜਿਸ ਕਰਕੇ ਸ਼ਾਂਤੀ ਆਵੇ। ਜਿਸ ਵੇਲੇ ਸਾਰੇ ਗ੍ਰੰਥ ਵੇਖੇ ਤਾਂ ਉਹਨਾਂ ਵਿੱਚੋਂ ਇਹ ਚਤੁਰ ਸਲੋਕੀ ਗੀਤਾ, ਜਿਹੜੀ ਪਹਿਲੇ ਪਾਤਸ਼ਾਹ ਨੇ ਇਹਨਾਂ ਦੇ ਦਾਦੇ ਨੂੰ ਸੁਣਾਈ ਸੀ, ਇਹ ਚਾਰੇ ਸਲੋਕ ਲਿਖੇ ਹੋਏ ਮਿਲ ਗਏ। ਜਦ ਦਰਸ਼ਨ ਕੀਤੇ, ਸਾਰਾ ਜਿਹੜਾ ਰੰਗ ਸੀ ਮਨ ਦਾ ਉਹ ਬਦਲ ਗਿਆ, ਉਦਾਸੀ ਦੂਰ ਹੋ ਗਈ। ਜਦ ਕਈ ਵਾਰ ਪਾਠ ਕੀਤਾ ਤਾਂ ਸ਼ਾਂਤੀ ਆਈ, ਬੜਾ ਆਨੰਦ ਆਇਆ, ਕਹਿਣ ਤੋਂ ਬਾਹਰ ਹੀ ਸੀ, ਕਿਉਂਕਿ ਗੁਰੂ ਨੇ ਪ੍ਰੇਰਨਾ ਦੇਤੀ, ਕਿਰਪਾ ਕਰਤੀ। ਨਾਲੇ ਪੰਜਵੇਂ ਪਾਤਸ਼ਾਹ ਨੇ ਇਹ ਮੰਗਾਉਣੇ ਸੀ ਉੱਥੇ। ਫਿਰ ਇਹਨਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਗੁਰੂ ਨਾਨਕ ਦੇਵ ਦੀ ਗੱਦੀ ਤੇ ਇਸ ਵੇਲੇ ਕੌਣ ਬੈਠਾ। ਪੁੱਛਦਿਆਂ ਪੁੱਛਦਿਆਂ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਦੇ ਪੰਜਵੇਂ ਥਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਉਸ ਵੇਲੇ ਕਾਸ਼ੀ ਤੋਂ ਤੁਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ, ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕੀਤੇ। ਸਿੱਖਾਂ ਤੋਂ ਪੁੱਛ ਕੇ ਰਾਮਸਰ ਸਾਹਿਬ ਜਾ ਕੇ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਿਆ, ਗੁਰੂ ਸਾਹਿਬ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ। ਦਰਸ਼ਨ ਕਰਕੇ ਬੜੇ ਆਨੰਦਿਤ ਹੋਏ। ਇਹ ਚਾਰ ਸਲੋਕ ਲਿਖੇ ਹੋਏ ਮਹਾਰਾਜ ਦੇ ਅੱਗੇ ਰੱਖ ਕੇ ਬੇਨਤੀ ਕੀਤੀ, ਮਹਾਰਾਜ ਜੀ, ਆਪ ਜੀ ਦੇ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਜਿਵੇਂ ਸਾਡੇ ਵੱਡਿਆਂ ਨੂੰ ਉਪਦੇਸ਼ ਦਿੱਤਾ ਸੀ, ਇਹ ਅਸੀਂ ਨਾਲ ਲੈ ਕੇ ਆਏ ਹਾਂ। ਉਹ ਇਸੇ ਪ੍ਰਕਾਰ ਫਿਰ ਉਸੇ ਤਾਈਂ ਆਪ ਵੀ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਜਿਸ ਕਰਕੇ ਮਨ ਵਿੱਚ ਸ਼ਾਂਤੀ ਆ ਜਾਏ, ਜਨਮ ਮਰਨ ਕੱਟਿਆ ਜਾਵੇ। ਸੋ ਪੰਚਮ ਪਿਤਾ ਜੀ ਨੇ ਭਾਈ ਗੁਰਦਾਸ ਨੂੰ ਕਹਿ ਕੇ ਪਹਿਲਾਂ ਤੋਂ ਬਾਣੀ ਲਿਖਵਾਈ, ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ, ਇਹ ਕਾਸ਼ੀ ਤੋਂ ਲੈ ਕੇ ਆਏ ਸੀ। ਫਿਰ ਗੁਰੂ ਅਰਜਨ ਦੇਵ ਜੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਜਨਮ ਮਰਨ ਦੀ ਨਿਵਰਤੀ ਦਾ ਉਪਦੇਸ਼ ਦਿੰਦੇ ਆ ਕਿ ਜਨਮ ਮਰਨ ਦਾ ਕਾਰਨ ਮੋਹ ਹੈ ਭਾਈ, ਅਤੇ ਸਰੀਰ ਦੀ ਹੰਗਤਾ, ਦੇਹ ਦੀ ਹੰਗਤਾ ਜਿਹੜੀ ਹੈ, ਇਸ ਲਈ ਮੋਹ ਹੈ ਤੇ ਦੇਹ ਹੰਗਤਾ ਦਾ ਤਿਆਗ ਕਰਨਾ ਬੜਾ ਜ਼ਰੂਰੀ ਹੈ। ਪਹਿਲੇ ਦੋ ਸਲੋਕਾਂ 'ਚ ਮੋਹ ਨਿਵਰਤੀ ਦਾ ਉਪਦੇਸ਼ ਦਿੱਤਾ ਉਹਨਾਂ ਨੂੰ, ਇਹ ਦੋ ਸਲੋਕਾਂ 'ਚ ਦੇਹ ਹੰਗਤਾ ਦੀ ਨਿਵਰਤੀ ਦਾ ਉਪਦੇਸ਼ ਦਿੰਦੇ ਆ। ਇਸ ਪ੍ਰਕਾਰ ਮਹਾਰਾਜ ਦੀ ਪਾਵਨ ਬਾਣੀ ਹੈ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ। ਮਾਤਾ ਕਤੰਚ ਭਾਵ ਕਿਆ ਹੈ, ਪਿਤਾ ਕਤੰਚ ਮਤਲਬ ਕਿਆ ਪਿਤਾ ਹੈ, ਕਿਆ ਮਾਤਾ ਹੈ। ਕਤੰਚ ਕਦੋਂ ਦੇ ਨੇ, ਇਹ ਭਾਵ ਇਸ ਸਰੀਰ ਦੇ ਸੰਬੰਧ ਕਰਕੇ ਹੀ ਨੇ ਨਾ। ਸਾਰੇ ਮਾਤਾ ਪਿਤਾ ਇਸ ਸਰੀਰ ਤੋਂ ਪਹਿਲੇ ਵੀ ਸਨ ਤੇ ਪਿੱਛੋਂ ਵੀ ਨਹੀਂ ਹੋਣੇ। ਸੋ ਇਸ ਪ੍ਰਕਾਰ ਪਿਛਲੀਆਂ ਜਨਮਾਂ ਦਾ ਹਿਸਾਬ ਕਿਤਾਬ ਹੁੰਦਾ ਭਾਈ। ਇਹ ਸਾਰੇ ਮਾਤਾ ਪਿਤਾ ਇਸ ਸਰੀਰ ਤੋਂ ਪਹਿਲੇ ਵੀ ਨਹੀਂ ਸੀ ਤੇ ਹੁਣ ਵੀ ਨਹੀਂ ਹੋਣੇ, ਅੱਗੇ ਨੂੰ ਸਮੇਂ ਅਨੁਸਾਰ ਸਭ ਨੇ ਚਲੇ ਜਾਣਾ ਹੈ। ਇਹ ਮਾਤਾ ਪਿਤਾ ਕਤੰਚ ਕਿਹਦੇ ਹਨ, ਕਹਿਣ ਤੋਂ ਭਾਵ ਹੈ ਵੀ ਕੋਈ ਕਿਸੇ ਦਾ ਨਹੀਂ, ਸਭ ਆਪੋ ਆਪਣੇ ਮਤਲਬ ਦੇ ਹਨ। ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕਤੰਚ ਕਿਤਨੇ ਹੀ ਮਾਤਾ ਪਿਤਾ, ਕਿੰਨੀ ਵਾਰ ਬਣਦੇ ਅਕੇਤੇ, ਮਾਤ ਪਿਤਾ ਸੁਤ ਧੀਆ ਕੇਤੇ, ਗੁਰ ਚੇਲੇ ਫੁਨ ਹੂਆ। ਕਦੇ ਬੰਦਾ ਪਿਤਾ ਬਣਦਾ, ਕਦੇ ਪੁੱਤਰ ਬਣਦਾ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤਿਆਂ ਕੇ ਚੇਲੇ ਫੁਨ ਹੂਏ। ਬੰਤਾ ਤੋਂ ਭਾਵ ਇਸਤਰੀ ਅਤੇ ਸੁਤੈ ਪੁੱਤਰਾਂ ਦੇ ਬਨੋਦ ਹੁੰਦਾ, ਕੌਤਕ, ਜਿਹੜੇ ਆ ਨਿਆਣਿਆਂ ਨਾਲ ਖੇਡ ਲਿਆ, ਹੱਸ ਖੇਡ ਲਿਆ। ਕਤੰਚ, ਕਤੰਚ ਤੋਂ ਭਾਵ ਹੈ ਕਿਆ ਹੈ, ਇਹ ਕੁਝ ਨਹੀਂ, ਐਵੇਂ ਹੀ ਝੂਠੇ ਹੀ ਨੇ। ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਯਤੇ। ਬੱਬੇ ਦੇ ਪੈਰ ਚੱਦਾ ਯਈਆ, ਕੁਟੰਬਯਤੇ ਪਾਠ ਕਰਨਾ। ਸੋ ਸਕੇ ਭਰਾ ਮੀਤ ਮਿੱਤਰ ਹਿਤ ਬੰਧਵ ਹੁੰਦੇ ਪਿਆਰੇ ਸੰਬੰਧੀ। ਇਹ ਕਤੰਚ ਕਿਆ ਹਨ, ਇਹ ਕਦੋਂ ਦੇ ਹਨ, ਕਿਹਦੇ ਨੇ, ਝੂਠੇ ਹਨ ਸਾਰੇ। ਸੋ ਸਕੇ ਭਰਾਵਾਂ ਮਿੱਤਰਾਂ ਤੇ ਚਾਚੇ ਤਾਏ ਭੈਣਾਂ ਸੰਬੰਧੀਆਂ ਦਾ ਜਿਹੜਾ ਹਿੱਤ ਪ੍ਰੇਮ ਕਿਆ ਚੀਜ਼ ਹੈ। ਆਪਣੀ ਇਸਤਰੀ ਤੋਂ ਵਧਿਆ ਹੋਇਆ ਜੋ ਕੁਟੰਬ ਹੈ, ਉਹਦਾ ਮੋਹ ਕਿਆ ਹੈ।
कतंच चपल मोहनी रूपं पेखंते त्यागं करोत। ਮਨ ਨੂੰ ਚਪਲ ਹੁੰਦਾ, ਚੰਚਲ ਕਰਨ ਵਾਲੀ ਜੋ ਮੋਹਣੀ ਰੂਪ ਮਾਇਆ ਹੈ, ਉਹ ਕਤੰਚ ਕਿਆ ਹੈ? ਉਹ ਜੋ ਦੇਖਦਿਆਂ ਦੇਖਦਿਆਂ ਪੁਰਸ਼ ਨੂੰ ਤਿਆਗਣਾ ਕਰਦੀ ਹੈ, ਛੱਡ ਕੇ ਚਲੀ ਜਾਂਦੀ ਮਾਇਆ। ਫਿਰ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਹੈ ਮਹਾਰਾਜ, ਇਹ ਜੀਵ ਦੇ ਨਾਲ ਕਿਹੜੀ ਚੀਜ਼ ਨਾਲ ਰਹਿਣ ਵਾਲੀ ਹੈ ਜੀ? ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਿਅੰ ਅਚੁੱਤ ਤਨ ਹੈ। ਮਹਾਰਾਜ ਕਹਿਣ ਲੱਗੇ, ਇੱਕ ਭਗਵਾਨ ਦਾ ਸਿਮਰਨ ਹੀ ਜੀਵ ਦੇ ਨਾਲ ਰਹਿਣ ਵਾਲਾ ਹੈ। ਫਿਰ ਬੇਨਤੀ ਕੀਤੀ, ਉਹ ਸਿਮਰਨ ਕਿੱਥੋਂ ਲੱਭਦਾ ਜੀ? ਮਹਾਰਾਜ ਕਥਨ ਕਰਦੇ ਆ, ਅਗੇੜ ਪਰਮਾਤਮਾ ਦੇ ਤਨਹਿ ਤੋਂ ਭਾਵ ਪਿਆਰੇ ਜੋ ਸੰਤ ਹਨ। ਅਚੁੱਤ ਤੋਂ ਭਾਵ ਅਗੇੜ ਪਰਮਾਤਮਾ ਦੇ ਤਨਹਿ ਜਿਹੜੇ ਪੁੱਤਰ ਹਨ। ਤਨਹਿ ਤੋਂ ਭਾਵ ਸਰੂਪ ਜੋ ਸੰਤ ਹਨ, ਉਹਨਾਂ ਦੁਆਰੇ ਇਹ ਸਿਮਰਨ ਲਬਧਿਅੰ ਭਾਵ ਲੱਭਦਾ ਹੈ, ਪ੍ਰਾਪਤ ਹੁੰਦਾ ਹੈ। ਉਹਨਾਂ ਜਿਨ੍ਹਾਂ ਤੇ ਕਿਰਪਾ ਹੁੰਦੀ ਆ ਉਹਨਾਂ ਨੂੰ ਸੰਗਤ ਹੁੰਦੀ ਹੈ। ਤਿਰਘੰਤ ਮਾਤ ਪਿਤਾ ਸਨੇਹੰ 1354 ਅੰਗ ਤੇ ਫਰਮਾਉਂਦੇ ਹਨ, ਮਾਤਾ ਪਿਤਾ ਦੇ ਸਨੇਹੰ ਪ੍ਰੇਮ ਨੂੰ ਤ੍ਰਿਗਾਕਾਰ ਹੈ। ਕਿਉਂ ਜੀ? ਉਹਨਾਂ ਦੇ ਪ੍ਰੇਮ ਨੂੰ ਕਿਉਂ ਤ੍ਰਿਗਾਕਾਰ ਹੈ? ਕਹਿੰਦੇ ਜੋ ਸਾਧ ਸੰਗਤ ਤੋਂ ਬੇਮੁਖ ਕਰਕੇ ਕੁਸੰਗਤ ਵੱਲ ਪ੍ਰੇਰਦੇ ਆ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਦਰਸ਼ਨਾਂ ਨੂੰ ਨਹੀਂ ਜਾਣ ਦਿੰਦੇ, ਸਵੇਰੇ ਉੱਠ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਣ ਦਿੰਦੇ, ਆਪਣੇ ਘਰੋਗੀ ਧੰਦਿਆਂ 'ਚ ਫਸਾਈ ਰੱਖਦੇ ਬੱਚਿਆਂ ਨੂੰ। ਜਿਵੇਂ ਕਬੀਰ ਜੀ ਦੀ ਮਾਤਾ ਕਬੀਰ ਨੂੰ ਨਾਮ ਨਹੀਂ ਜਪਣ ਦਿੰਦੀ ਸੀ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵ ਹੈ ਰਘੁਰਾਈ। ਭਗਤ ਨਾਮਦੇਵ ਜੀ ਦੀ ਮਾਤਾ ਵੀ ਆਪਣੇ ਧਰਮ ਤੋਂ ਹਟਾ ਕੇ ਦੂਜੇ ਪਾਸੇ ਲਗਾਉਂਦੀ ਸੀ ਤੇ ਨਾਮਦੇਵ ਨੂੰ ਕਹਿੰਦੀ, ਰੁਦਨ ਕਰੈ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ। ਅੱਗੋਂ ਨਾਮਦੇਵ ਨੇ ਆਪਣੀ ਮਾਤਾ ਨੂੰ ਕਿਹਾ, ਨਾ ਹਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤਉ ਹਰ ਗੁਣ ਗਾਏ। ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਤਾਤ ਮਾਤ ਗੁਰ ਨਾਰ ਜੋ ਵਿਗਨੀ ਹਰ ਭਜਨ ਮਹਿ, ਤਾਕੋ ਮਾਰੋ ਡਾਰ ਯਹ ਪ੍ਰਤਬੰਧਕ ਜੀਵ ਕੇ। ਤ੍ਰਿਗ ਸਨੇਹੰ ਗਿਰਹਾਰਥ ਕਹਿ, ਤ੍ਰਿਗ ਸਨੇਹੰ ਭਰਾਤ ਬਾਂਧਵਹਿ। ਜੋ ਨਾਮ ਨਹੀਂ ਜਪਣ ਦਿੰਦਾ, ਉਹਨਾਂ ਸਕੇ ਭਰਾਵਾਂ ਤੇ ਸੰਬੰਧੀਆਂ ਦੇ ਪ੍ਰੇਮ ਨੂੰ ਤ੍ਰਿਗਾਕਾਰ ਹੈ। ਜਿਵੇਂ ਵਿਭੀਸ਼ਣ ਦਾ ਭਾਈ ਰਾਵਣ ਖਰਾਬ ਸੀ, ਉਹ ਨਾਮ ਨਹੀਂ ਜਪਣ ਦਿੰਦਾ ਸੀ। ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ। ਬਨਤਾ ਇਸਤਰੀ ਅਤੇ ਸੁਤ ਹੈ ਪੁੱਤਰਾਂ ਦੇ ਬਿਲਾਸ, ਜਿਹੜੇ ਕੌਤਕਾਂ ਜਿਹੜਾ ਪ੍ਰੇਮ ਕਰਨਾ ਹੈ, ਉਸ ਨੂੰ ਵੀ ਤ੍ਰਿਗਾਕਾਰ ਹੈ। ਜੋ ਸਤਸੰਗ ਵਿੱਚ ਨਹੀਂ ਜਾਣ ਦਿੰਦੇ। ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਆ ਰਾਮ ਕੇ ਦਾਸਾ। ਇਹ ਮਹਾਰਾਜ ਨੇ ਮੋਹ ਤੋੜਨਾ ਉਹਨਾਂ ਦਾ। ਬਾਹਲਾ ਹੀ ਜਿਹੜੇ ਫਸੇ ਹੋਏ ਨੇ ਮੋਹ ਦੇ ਵਿੱਚ, ਉਹਨਾਂ ਨੂੰ ਸਮਝਾ ਰਹੇ ਹਨ। ਤ੍ਰਿਗ ਸਨੇਹੰ ਗਿਰਹਾਰਥ ਕਹਿ। ਗਿਰਹਾਰਥ ਕਹਿ ਸੋ ਗ੍ਰਹਿ ਅਰਥ, ਗ੍ਰਹਿ ਘਰ ਦੇ ਅਰਥ ਪਦਾਰਥਾਂ ਕਹਿ ਤੋਂ ਭਾਵ ਦਾ ਜੋ ਪ੍ਰੇਮ ਹੈ, ਉਹਨੂੰ ਵੀ ਤ੍ਰਿਗਾਕਾਰ ਹੈ। ਘਰ ਵਿੱਚ ਅਤੇ ਪਦਾਰਥਾਂ 'ਚੋਂ ਪ੍ਰੇਮ ਕਰਨਾ ਹੈ, ਉਹਨੂੰ ਵੀ ਤ੍ਰਿਗਾਕਾਰ ਕਹਿ ਤੋਂ ਭਾਵ ਕਹੀਦਾ। ਘਰ ਦੇ ਪਦਾਰਥਾਂ ਜਿਹੜਾ ਪ੍ਰੇਮ ਕਰਨਾ ਹੈ, ਸੋ ਉਸ ਪ੍ਰੇਮ ਕਹਿ ਤੋਂ ਭਾਵ ਨੂੰ ਤ੍ਰਿਗਾਕਾਰ ਹੈ। ਸੋ ਇਹ ਕਹਿ ਪਦ ਦੇ ਤਿੰਨ ਅਰਥ ਨੇ। ਲਵੰਤਾ ਦਾ ਹੀ ਫਰਕ ਹੁੰਦਾ ਹੈ, ਸਾਰੇ ਇੱਕੋ ਹੀ ਹੈ। ਕਹਿ ਤੋਂ ਭਾਵ ਜਿਵੇਂ ਦਾ, ਇਹ ਵੀ ਅਰਥ ਹੈ। ਕਹਿ ਤੋਂ ਭਾਵ ਕਹੀਦਾ, ਕਹਿ ਤੋਂ ਭਾਵ ਨੂੰ। ਇਸ ਪ੍ਰਕਾਰ ਮੌਕੇ ਅਨੁਸਾਰ ਅਰਥ ਲੱਗਦੇ ਇਹਨਾਂ ਦੇ। ਸਾਧ ਸੰਗ ਸਨੇਹੰ ਸਤਯੰ ਸੁਖਯੰ ਬਸੰਤ ਨਾਨਕ ਹੈ। ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ, ਸਾਧ ਸੰਗਤ ਵਿੱਚ ਜਿਹੜਾ ਸਨੇਹ ਕਰਨਾ ਨਾ, ਪ੍ਰੇਮ ਕਰਨਾ, ਇਹ ਸਤਯੰ ਸੱਚਾ ਹੈ। ਸਨੇਹੰ ਸੱਸੇ ਦੇ ਪੈਰ 'ਚ ਨੰਨਾ ਸਨੇਹੰ ਤੇ ਸਤਯੰ ਅੱਧਾ ਯਈਆ। ਬੇਨਤੀ ਕੀਤੀ, ਇਸ ਪ੍ਰੇਮ ਦਾ ਕੀ ਫਲ ਹੋਇਆ? ਫਿਰ ਮਹਾਰਾਜ ਕਥਨ ਕਰਦੇ ਹਨ, ਸਤਸੰਗਤ 'ਚ ਪ੍ਰੇਮ ਕਰਨ ਨਾਲ ਸੁੱਖਾਂ 'ਚ ਨਿਵਾਸ ਹੁੰਦਾ ਹੈ। 2 ਸ਼ਲੋਕਾਂ ਵਿੱਚ ਸੰਬੰਧੀਆਂ ਤੋਂ ਮੋਹ ਨਿਵਰਤੀ ਦਾ ਉਪਦੇਸ਼ ਦੇ ਕੇ ਹੁਣ ਦੇਹ ਦੀ ਜਿਹੜੀ ਹੰਗਤਾ ਹੋ ਜਾਂਦੀ ਹੈ, ਦੇਹ ਦੀ ਹੰਗਤਾ ਦੀ ਨਿਵਰਤੀ ਦਾ ਉਪਦੇਸ਼ ਦਿੰਦੇ ਹਨ ਮਹਾਰਾਜ ਜੀ। ਮਿਥਿਅੰਤ ਦੇਹੰ ਖੀਣੰਤ ਬਲਨੰ। ਇਹ ਹਰੀ ਲਾਲ ਕ੍ਰਿਸ਼ਨ ਲਾਲ, ਦੇਹ ਹੰਗਤਾ ਛੱਡ ਦਿਓ ਭਾਈ। ਜਿਸ ਦੇਹ ਦਾ ਅਭਿਮਾਨ ਕਰਦੇ ਹੋ, ਇਹ 5 ਭੂਤਕ ਦੇਹ ਮਿਥਿਆ ਹੈ। ਜਿਸ ਸਰੀਰ ਦਾ ਬਲ, ਇੰਦਰੀਆਂ ਦਾ ਬਲ ਤੇ ਪ੍ਰਾਣਾਂ ਦਾ ਬਲ ਦਿਨੋਂ ਦਿਨ ਖੀਣ ਹੁੰਦਾ ਜਾਂਦਾ ਹੈ। ਛਿਨ ਛਿਨ ਔਧ ਬਿਹਾਤ ਹੈ, ਟੂਟੈ ਘਟ ਜਿਉ ਪਾਣੀ। ਵਰਧੰਤ ਜਰੂਆ ਹਿਤਿਅੰਤ ਮਾਇਆ। ਸੋ ਇਹ ਹਿਤਿਅੰਤ ਹਾਏ ਸਿਆਰੀ ਤੱਤੇ ਸਿਆਰੀ ਐੜੇ ਤੇ ਟਿੱਪੀ ਤੱਤਾ। ਹਿਤਿਅੰਤ ਬੋਲੋ ਇਹਨੂੰ, ਇਹ ਅੱਧਾ ਯਈਆ ਲੱਗਿਆ। ਸਾਰਾ ਧਿਆਨ ਦੇ ਕੇ ਚੱਲਣਾ ਆਪਾਂ ਨੇ। ਸੋ
ਜਰੂਆ ਭਾਵ ਵਡੇਪਾ ਵੱਧਦਾ ਜਾ ਰਿਹਾ, ਜਰ ਆਈ ਜੋਬਨ ਹਾਰਿਆ। ਪਰ ਜੀਵ ਮਾਇਆ ਵਿੱਚ ਅਤਿਅੰਤ ਹੀ ਪ੍ਰੇਮ ਕਰਦਾ, ਹਿਤ ਅਤਿਅੰਤ ਕਿਉਂ ਬਹੁਤਾ ਹੀ ਜ਼ਿਆਦਾ ਪ੍ਰੇਮ ਕਰਦਾ, ਅੰਤ ਤੱਕ ਭਾਵ ਮਰਨ ਤੱਕ ਮਾਇਆ 'ਚ ਹੀ ਪ੍ਰੇਮ ਕਰਦਾ। ਅੰਤ ਹੋ ਜਾਣ ਵਾਲੀ ਮਾਇਆ ਜੋ ਉਹਦੇ 'ਚ ਬਹੁਤਾ ਹੀ ਹਿਤ ਕਰਦਾ, ਪ੍ਰੇਮ ਕਰਦਾ। ਅਤਿਅੰਤ ਆਸਾ ਆਥਿਤਯ ਭਵਨੰ, ਸੋ ਅਤਿਥੀ ਦਾ ਭਵਨੰ ਘਰ ਜੋ ਸਰਾਂ, ਉਸ ਵਿੱਚ ਜਿਵੇਂ ਪ੍ਰਾਹੁਣੇ ਦਾ ਇੱਕ ਰਾਤ ਰਹਿਣਾ ਹੁੰਦਾ ਸਰਾਵਾਂ ਦੇ ਵਿੱਚ, ਦਿਨ ਚੜ੍ਹਨ ਨਾਲ ਪ੍ਰਾਹੁਣਾ ਤੁਰ ਪੈਂਦਾ। ਕਹਿੰਦੇ ਐਂ ਆਥਿਤਯ ਭਵਨੰ, ਸਰਾਂ ਦੀ ਨਹੀਂ ਆਈ ਜੋ ਇਹ ਸੰਸਾਰ ਹੈ, ਇਸ ਵਿੱਚ ਇਹ ਜੀਵ ਪ੍ਰਾਹੁਣੇ ਵਾਂਗੂ ਹੈ। ਇਹਨਾਂ ਜੀਵਾਂ ਦਾ ਇੱਕ ਉਮਰਾ ਰੂਪ ਰਾਤ ਦਾ ਰਹਿਣਾ ਹੁੰਦਾ। ਜਿਸ ਵੇਲੇ ਉਮਰ ਰੂਪ ਰਾਤ ਬੀਤ ਗਈ, ਕਾਲ ਰੂਪ ਦਿਨ ਚੜ੍ਹ ਗਿਆ, ਤਾਂ ਸਾਰਿਆਂ ਜੀਵਾਂ ਨੇ ਚਲੇ ਜਾਣਾ। ਬਿਰਖਾ ਹੇਠ ਸਭ ਜੰਤੇ ਇਕੱਠੇ, ਇੱਕ ਤੱਤੇ ਇੱਕ ਬੋਲੰਦ ਮਿੱਠੇ, ਅਸਤੋ ਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਉਹਦ ਵਿਹਾਣੀਆਂ। ਤੇ ਰਹਿਣ ਦੀ ਜਿਹੜੀ ਆਸਾ ਅਤਿਅੰਤ ਕਰ ਰਿਹਾ। ਜਿਵੇਂ ਘਰ ਵਿੱਚ ਕੋਈ ਪ੍ਰਾਹੁਣਾ ਆ ਜਾਂਦਾ ਹੈ ਤਾਂ ਥੋੜ੍ਹੇ ਰੋਜ਼ ਕੋਈ ਦਿਨ ਠਹਿਰਦਾ ਹੈ। ਇਸੇ ਸੰਸਾਰ ਵਿੱਚ ਕੋਈ ਦਿਨ ਦਾ ਮੇਲਾ ਹੈ, ਪਰ ਜੀਵ ਸੰਸਾਰ ਵਿੱਚ ਰਹਿਣ ਦੀ ਆਸਾ ਅਤਿਅੰਤ ਹੁੰਦਾ, ਬਹੁਤ ਕਰਦਾ ਹੈ। ਗਨੰਤ ਸਵਾਸਾ ਭਿਆਨ ਧਰਮੰ, ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਗਨੰਤ ਸਵਾਸਾ, ਸੱਸੇ ਨੂੰ ਔਂਕੜ ਐੜੇ ਕੰਨਾ, ਸੱਸੇ ਨੂੰ ਕੰਨਾ। ਫਿਰ ਬੋਲਦੇ ਆ ਗਨੰਤ ਸਵਾਸਾ ਭਿਆਨ ਧਰਮੰ, ਭਿਆਨਕ ਜੋ ਧਰਮੰ ਧਰਮ ਰਾਜਾ ਹੈ, ਭਿਆਨਕ ਧਰਮ ਵਾਲਾ, ਕਰੜੇ ਸੁਭਾਅ ਵਾਲਾ ਜੋ ਧਰਮ ਰਾਜਾ ਹੈ। ਸੁਭਾਅ ਊਂ ਨਹੀਂ ਕਰੜਾ, ਕਾਨੂੰਨੀ ਤੌਰ ਤੇ ਕਰੜਾ, ਸਖਤ ਹੈ, ਸੁਭਾਅ ਦਾ ਨਹੀਂ ਸਖਤ, ਕਾਨੂੰਨ ਦੇ ਹਿਸਾਬ ਨਾਲ ਇੱਕ ਰੱਤੀਓਂ ਮਾਸਾ ਤੋਲ ਕਢਾਵਦੇ ਆ। ਉਹ ਇਸ ਦੇ ਸਵਾਸਾਂ ਨੂੰ ਗਿਣ ਰਿਹਾ ਕਿ ਕਾਦੇ ਦੇ ਸਵਾਸ ਪੂਰੇ ਹੋਣ ਤਾਂ ਇਹਨੂੰ ਆਪਣੇ ਪਾਸ ਸਦਵਾਵਾਂ। ਉਹ ਜੀ ਇੰਨਾ ਸਖਤ ਕਿਉਂ ਹੈ? ਕਹਿੰਦੇ ਉਹਦੇ ਸਿਰ ਤੇ ਵੀ ਪ੍ਰਮਾਤਮਾ ਦਾ ਡੰਡਾ ਹੈ। ਜੇ ਉਹਨੇ ਇੱਧਰੋਂ ਲਿਹਾਜ਼ ਕੀਤਾ ਬੰਦੇ ਨਾਲ, ਪ੍ਰਮਾਤਮਾ ਨੇ ਉਹਨੂੰ ਖਿੱਚ ਲੈਣਾ ਵੀ ਉਹਦਾ ਬੰਦੇ ਦਾ ਲਿਹਾਜ਼ ਕਿਉਂ ਕੀਤਾ ਤੂੰ। ਪਤੰਤ ਮੋਹ ਕੂਪ ਦੁਰਲਭਿਆ ਦੇਹੰ ਤਤ ਆਸਰਿਅੰ ਨਾਨਕ, ਇਹ ਜੀਵ ਮੋਹ ਰੂਪ ਖੂਹ ਵਿੱਚ, ਮੋਹ ਕਰਕੇ ਸੰਸਾਰ ਰੂਪ ਖੂਹ ਵਿੱਚ ਪਤੰਤ ਹੁੰਦਾ, ਡਿੱਗ ਰਿਹਾ। ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਹੈ ਮਹਾਰਾਜ ਇਸ ਦੁਰਲੱਭ ਮਨੁੱਖਾ ਦੇਹ ਦੇ ਤਰਨ ਦਾ ਜਾਂ ਸਫਲ ਹੋਣ ਦਾ ਆਸਰਾ ਕਿਹੜਾ ਹੈ? ਮਹਾਰਾਜ ਕਥਨ ਕਰਦੇ, ਹੈ ਹਰੀ ਲਾਲ ਕ੍ਰਿਸ਼ਨ ਲਾਲ, ਜੋ ਪ੍ਰਾਪਤ ਹੋਣੀ ਬਹੁਤ ਦੁਰਲੱਭ ਹੈ, ਕਠਨ ਮਨੁੱਖਾ ਦੇਹ ਹੈ, ਤਤ ਤਿਸ ਦੇ ਤਰਨ ਦਾ ਜਾਂ ਸਫਲ ਹੋਣ ਦਾ ਆਸਰਾ ਇਹ ਹੈ ਕਿ ਗੋਬਿੰਦ 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 ਗੋਪਾਲ ਕਿਰਪਾ, ਮਨ ਕਰਕੇ ਗੋਬਿੰਦ ਨੂੰ ਜਪ, ਬਾਣੀ ਕਰਕੇ ਗੋਬਿੰਦ ਨੂੰ ਜਪ, ਸਰੀਰ ਕਰਕੇ ਗੋਬਿੰਦ ਨੂੰ ਜਪ, ਤਾਂ ਗੋਪਾਲ ਦੀ ਕਿਰਪਾ ਹੁੰਦੀ ਹੈ। ਦੁਰਲਭਯ ਦੇਹੰ ਤਤ ਆਸਰਿਅੰ ਨਾਨਕ, ਸਾਰਿਆਂ ਵੇਦਾਂ ਸ਼ਾਸਤਰਾਂ ਦਾ ਤਤ ਸਿਧਾਂਤ ਰੂਪ ਜੋ ਨਾਨਕ ਭਾਵ ਪਰਮਾਤਮਾ ਹੈ, ਉਹਦੇ ਤਤ ਸਰੂਪ ਦਾ ਜੋ ਤਤਕਾਲ ਭਾਵ ਸ਼ੀਘਰ ਚਿੰਤਨ ਕਰਨਾ, ਇਹੀ ਦੁਰਲੱਭ ਦੇਹ ਦੇ ਸਫਲ ਹੋਣ ਦਾ ਆਸਰਾ ਹੈ। ਗੋਬਿੰਦ 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 ਗੋਪਾਲ ਕਿਰਪਾ, ਗੋਬਿੰਦ ਜੋ ਪਰਮਾਤਮਾ ਹੈ, ਜੋ ਗੋਬਿੰਦ ਇੰਦਰੀਆਂ ਦੀ ਰੱਖਿਆ ਕਰਨ ਵਾਲਾ, ਪ੍ਰਕਾਸ਼ ਦੇਣ ਵਾਲਾ, ਤੋ ਇਸ ਪ੍ਰਕਾਰ ਉਹ ਗੋਬਿੰਦ ਗੋਪਾਲ ਕਿਰਪਾ ਕਰੇ ਤਾਂ ਦੁਰਲੱਭ ਮਨੁੱਖਾ ਦੇਹ ਦਾ ਉਧਾਰ ਹੁੰਦਾ ਹੈ। ਕਾਚ ਕੋਟੰ ਵਚੰਤ ਤੋਯੰ ਲੇਪਨੰ ਰਕਤ ਚਰਮਣ ਹੈ, ਮਾਤਾ ਦੀ ਰਕਤ ਤੇ ਪਿਤਾ ਦੇ ਬੀਰਜ ਰੂਪ ਤੋਯੰ ਜਲ ਕਰਕੇ ਰਚਿਆ ਹੋਇਆ ਜੋ ਸਰੀਰ ਰੂਪ ਕੋਟੰ ਕਿਲਾ ਹੈ, ਇਹ ਬਿਲਕੁਲ ਕਾਚ ਕੱਚਾ ਹੈ। ਜਿਵੇਂ ਕੱਚਾ ਕਿਲਾ ਮੀਂਹ ਪੈਣ ਨਾਲ ਢਹਿ ਜਾਂਦਾ, ਇਵੇਂ ਸਰੀਰ ਕਾਲ ਰੂਪ ਮੀਂਹ ਦੇ ਪੈਣ ਨਾਲ ਢਹਿ ਜਾਂਦਾ, ਪਰ ਉੱਪਰੋਂ ਚਰਮਣ ਹੈ, ਚਮੜੇ ਦਾ ਲੇਪਨ ਕਰਦਾ ਹੈ। ਇਸ ਕਰਕੇ ਸੁੰਦਰ ਸੁਡੌਲ ਬੜਾ ਸੋਹਣਾ ਪ੍ਰਤੀਤ ਹੁੰਦਾ। ਨਵੰਤ ਦਵਾਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨ ਹੈ, ਇਸ ਸਰੀਰ ਰੂਪ ਕਿਲੇ ਦੇ ਨਵੰਤ ਦਵਾਰੰ 9 ਗੋਲਕਾਂ ਰੂਪ 9 ਦਰਵਾਜ਼ੇ, ਭੀਤ ਰਹਿਤੰ ਪਰਦੇ ਤੋਂ ਰਹਿਤ ਭਾਵ ਤਖਤਿਆਂ ਤੋਂ ਰਹਿਤ ਨੇ, ਜਿਸ ਪਾਸਿਓਂ ਮਰਜ਼ੀ ਆਵੇ ਸਵਾਸ ਨਿਕਲ ਜੇ। ਸੋ ਇਸ ਸਰੀਰ ਰੂਪੀ ਕਿਲੇ ਦੇ ਹੇਠਾਂ ਬਾਏ ਰੂਪੰ ਹਵਾ ਰੂਪ ਜੋ ਸਵਾਸਾਂ ਨੇ ਥੰਮਾ ਦਿੱਤਾ ਹੋਇਆ, ਭਾਵ ਸਵਾਸਾਂ ਦੇ ਆਸਰੇ ਸਰੀਰ ਖਲੋਤਾ। ਜਦੋਂ ਭਾਈ ਮਰਦਾਨੇ ਨੇ ਸਰੀਰ ਛੱਡਿਆ, ਮਹਾਰਾਜ ਕਹਿੰਦੇ ਮਰਦਾਨਾ ਕੀ ਨਜ਼ਰ ਆਉਂਦਾ? ਕਹਿੰਦੇ ਮਹਾਰਾਜ ਹੁਣ 9 ਸਵਾਸ ਜਿਹੜੇ ਨਾਭੀ ਚ ਹੁੰਦੇ ਉਹਨਾਂ ਦੀ ਗੰਢ ਖੁੱਲ ਗਈ, ਬਸ ਗਿਣਵੇਂ 9 ਸਵਾਸ ਆਉਂਦੇ ਅੰਤ ਤੇ। ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥ੍ਰਿੰ, ਇਹੀ ਜੀ ਖਿਨ ਭੰਗਰ ਮਨੁੱਖਾ ਦੇਹ ਨੂੰ ਪਾ ਕੇ ਵੀ ਇਹ ਅਗਿਆਨੀ ਬੰਦਾ ਆਪਣੇ ਆਪ ਨੂੰ ਇਸਤਤ ਰੂਪ ਜਾਣਦਾ ਹੈ। ਇਉਂ ਕਹਿੰਦਾ ਮੈਂ ਨਾ ਮਰਾਂ, ਮਰਬੋ ਸੰਸਾਰ ਆ, ਮੈਂ ਤਾਂ ਮਰਨਾ ਹੀ ਨਹੀਂ, ਬਾਕੀ ਇਹ ਸਾਰੀ ਦੁਨੀਆ ਮਰੂਗੀ। ਗੋਬਿੰਦ ਦੇ ਨਾਮ ਨੂੰ ਸਿਮਰਦਾ ਨਹੀਂ। ਫਿਰ ਬੇਨਤੀ ਕੀਤੀ, ਇਸ ਮਨੁੱਖਾ ਦੇਹ ਦੇ ਤਰਨ ਦਾ ਸਾਧਨ ਕਿਹੜਾ ਜੀ? ਦੁਰਲੱਭ ਦੇਹ ਉਧਰੰਤ ਸਾਧ ਸਰਣ ਨਾਨਕ। ਮਹਾਰਾਜ ਕਥਨ ਕਰਦੇ, ਉਹਨਾਂ ਸੰਤਾਂ ਦੀ ਚਰਨ ਸ਼ਰਨ ਗ੍ਰਹਿਣ ਕਰਨ ਨਾਲ ਦੁਰਲੱਭ ਮਨੁੱਖਾ ਦੇਹ ਤਰ ਜਾਂਦੀ ਹੈ। ਆਪਣਾ ਗੁਰੂ ਧਾਰਨ ਕਰੇ, ਗੁਰੂ ਦੀ ਚਰਨ ਸ਼ਰਨ ਜਾਵੇ,
ਮਹਾਂਪੁਰਖਾਂ ਦੀ ਸੰਗਤ ਹਰ ਵਕਤ ਕਰਦਾ ਰਹੇ। ਹਰ 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 ਹਰੇ ਜਪੰਤ। ਜੋ ਮਨ ਕਰਕੇ ਹਰ ਹਰ ਨਾਮ ਜਪਦੇ ਆ, ਸਰੀਰ ਕਰਕੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਆ, ਬਾਣੀ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹਨ। ਹਰੀ ਜੋ ਹਰੇਕ ਜੀ ਨੂੰ ਹਰਿਆ ਕਰਨ ਵਾਲਾ ਹੈ, ਉਸ ਹਰੀ ਦੇ ਹਰ ਹਰ ਨਾਮ ਨੂੰ ਜੋ ਜਪਣਾ ਕਰਦੇ ਹਨ। ਫਿਰ ਬੇਨਤੀ ਕੀਤੀ, हे ਮਹਾਰਾਜ, ਜਿਸ ਹਰੀ ਦੇ ਹਰ ਹਰ ਨਾਮ ਨੂੰ ਸੰਤ ਜਪਦੇ ਹਨ, ਫਿਰ ਉਹ ਹਰ ਹਰ ਵਾਹਿਗੁਰੂ ਕੈਸਾ ਸੁਭੰਤ ਤੋਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ। ਇਹ ਪਾਠ ਤੋਯੰ ਤੇ ਗੁਣਗਯੰ ਕਰਕੇ ਬੋਲਣੇ ਆ ਧਿਆਨ ਦੇ ਨਾਲ। ਸੰਥਿਆ ਤਾਂ ਕਰਨੀ ਹੀ ਪੈਣੀ ਤੁਹਾਨੂੰ, ਨਹੀਂ ਸੰਥਿਆ ਬਿਨਾਂ ਛੇਤੀ ਕੀਤਿਆਂ ਸਹਿਸਕ੍ਰਿਤੀ ਛੇਤੀ ਨਹੀਂ ਆਉਂਦੀ ਹੈ। ਇੰਨੇ ਤਾਂ ਆਪਾਂ ਤੇਜ਼ ਨਹੀਂ ਹੈਗੇ, ਆਪਾਂ ਇੱਕ ਦਿਨ 'ਚ ਸਮਝ ਲਾਂਗੇ। ਸੋ ਇਸ ਪ੍ਰਕਾਰ ਸੁਭੰਤ ਤੋਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ। ਕਹਿੰਦੇ ਜਾਪ ਸਾਹਿਬ ਔਖਾ ਹੈ, ਜਾਪ ਸਾਹਿਬ 'ਚ ਵੀ ਇਸ ਤਰ੍ਹਾਂ ਹੀ ਟਿੱਪਣੀਆਂ ਨੇ ਸਾਰੇ। ਸੋ ਜਾਪ ਸਾਹਿਬ ਹੋਇਆ, ਸਹਿਸਕ੍ਰਿਤੀ ਹੋਈ, ਸੰਥਿਆ ਤਾਂ ਕਰਨੀ ਹੀ ਪੈਣੀ ਹੈ, ਜਾਂ ਫਿਰ ਰੋਜ਼ ਕਿੰਨੀ ਵਾਰੀ ਸੁਣਨਾ ਪੈਣਾ ਆਪਾਂ ਨੂੰ। ਤੋਯੰ ਭਾਵ ਸੋ ਉਹ ਪ੍ਰਮਾਤਮਾ ਸੁਭੰਤ ਹੁੰਦਾ ਸ਼ੋਭਨੀਕ ਹੈ, ਅਚੁੱਤ ਹੁੰਦਾ ਅਗੇੜ ਹੈ, ਤੇ ਗੁਣਗਯੰ ਉਹ ਸ਼ੁਭ ਗੁਣਾਂ ਦਾ ਗਿਆਤਾ ਹੈ, ਸਾਰੇ ਪੂਰਨੰ ਪਰਿਪੂਰਨ ਹੈ, ਬਹੁਲੋ ਬਹੁਲਤਾ ਕਰਕੇ ਕਿਰਪਾਲੂ ਦਿਆਲੂ ਹੈ। ਹੇ ਜੀਵ, ਜੇ ਤੋਯੰ ਤੂੰ ਆਪਣੀ ਸੁਭੰਤ ਸ਼ੋਭਾ ਨੂੰ ਚਾਹੁੰਦਾ ਹੈ ਤਾਂ ਅਚੁੱਤ ਅਗੇੜ ਪਰਮਾਤਮਾ ਦੇ ਗੁਣਾਂ ਨੂੰ ਗਿਅੰ ਗਿਆਤ ਪੂਰਵਕ ਗਾਉਣਾ ਕਰ। ਉਹ ਪੂਰਨ ਪਰਮਾਤਮਾ ਬਹੁਤਾ ਕਿਰਪਾਲੂ ਹੈ। ਗੰਭੀਰੰ ਉੱਚੈ ਸਰਬੱਗ ਅਪਾਰਾ, ਬੜੇ ਗੰਭੀਰੰ ਡੂੰਘ ਦਿਲ ਵਾਲਾ ਹੈ, ਸਾਰਿਆਂ ਤੋਂ ਉੱਚਾ ਹੈ, ਸਰਬੱਗ। ਸੋ ਇਸ ਪ੍ਰਕਾਰ ਉਹ ਸਰਬ ਅੱਗੇ ਸਭ ਦਾ ਗਿਆਤਾ ਹੈ, ਸਰਬ ਸ਼ਕਤੀਮਾਨ ਹੈ। ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਭਾਵ ਉਹ ਪ੍ਰਮਾਤਮਾ ਬੇਅੰਤ ਹੈ। ਪ੍ਰੀਤਿਆ ਪ੍ਰਿਯੰ ਵਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਣੰ। ਆਪਣਿਆਂ ਪ੍ਰੀਤਿਆ ਹੁੰਦਾ ਦਾਸਾਂ ਦਾ, ਪ੍ਰਿਯੰ ਪਿਆਰਾ ਹੈ। ਕਿਹੜਿਆਂ ਦਾਸਾਂ ਦਾ ਪਿਆਰਾ ਜੀ? ਜਿਨ੍ਹਾਂ ਦਾ ਹਰਦਮ ਪਰਮੇਸ਼ਰ ਦੇ ਚਰਨਾਂ 'ਚ ਵਿਸਰਾਮ ਹੈ। ਭਾਈ ਮਹਾਰਾਜ ਕਥਨ ਕਰਦੇ ਆ, ਭਾਈ ਜੋ ਪ੍ਰਭੂ ਅਨਾਥ ਹੁੰਦਾ ਭਾਵ ਗਰੀਬਾਂ ਦਾ, ਤੇ ਨਾਥੇ ਸੁਆਮੀ ਹੈ, ਉਹਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰ। ਫਿਰ ਬੇਨਤੀ ਕੀਤੀ, ਹੈ ਮਹਾਰਾਜ, ਸਭ ਪਾਸਿਓਂ ਸਾਡਾ ਪ੍ਰੇਮ ਛੁਡਾ ਕੇ ਆਪ ਜੀ ਨੇ ਸਾਨੂੰ ਇੱਕ ਪ੍ਰਮਾਤਮਾ ਦੇ ਚਰਨਾਂ ਦੀ ਓਟ ਫੜਾਈ ਹੈ, ਪਰ ਜਿਸ ਵੇਲੇ ਕੋਈ ਮੁਸੀਬਤ ਦਾ ਵੇਲਾ ਆਵੇਗਾ ਉਸ ਵੇਲੇ ਸਾਡੀ ਸਹਾਇਤਾ ਸੰਬੰਧੀਆਂ ਤੋਂ ਬਿਨਾਂ ਹੋਰ ਕੌਣ ਕਰੇਗਾ ਜੀ? ਫਿਰ ਸੋ ਮਹਾਰਾਜ ਨੇ ਕਿਹਾ, ਜਿਸ ਪ੍ਰਮਾਤਮਾ ਦੀ ਓਟ ਫੜਾਈ ਹੈ ਉਹੀ ਪ੍ਰਭੂ ਤੁਹਾਡੀ ਸਹਾਇਤਾ ਕਰੇਗਾ, ਉਸ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਆਪਣਾ। ਬੇਨਤੀ ਕੀਤੀ, ਉਹ ਪ੍ਰਭੂ ਨੇ ਕਿਸੇ ਦੀ ਸਹਾਇਤਾ ਕੀਤੀ ਹੈ ਜਾਂ ਨਹੀਂ? ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਫਿਰ ਇੱਕ ਇਸ ਪ੍ਰਕਾਰ ਜਿਹੜੀ ਇਹ ਸਾਖੀ ਨੂੰ 2 ਸ਼ਲੋਕਾਂ ਦੇ ਵਿੱਚ ਹੀ ਅੰਕਿਤ ਕੀਤਾ ਹੈ। ਮ੍ਰਿਗੀ ਪੇਖੰਤ ਬਧਿਕ ਪ੍ਰਾਹਰੇਣ ਲక్ష్ਯ ਆਵਦ ਹੈ। ਸੋ ਇਸ ਪ੍ਰਕਾਰ ਮ੍ਰਿਗੀ ਪੇਖੰਤ ਬਧਿਕ, ਸੋ ਪ੍ਰਹਾਰ ਕਰਨਾ, ਕਿਸੇ ਤੇ ਹਮਲਾ ਕਰਨਾ, ਪ੍ਰਹਾਰੇਣ ਲక్ష్ਯ ਆਵਦ ਹੈ। ਅਹੋ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਯਤੇ। ਇਹ 6ਵੇਂ ਸ਼ਲੋਕ ਦੇ ਵਿੱਚ ਮਹਾਰਾਜ ਨੇ ਸਾਖੀ ਕੀ ਸੁਣਾਈ ਹੈ? ਮਹਾਰਾਜ ਕਹਿੰਦੇ, ਇੱਕ ਹਿਰਨੀ ਸੀ ਜੰਗਲ ਦੇ ਵਿੱਚ, ਸੋ ਆਪਣੀ ਸੁੱਖ ਦੀ ਨੀਂਦ ਸੁੱਤੀ ਸੀ। ਉਹ ਗਰਭਵਤੀ ਸੀ। ਜਦ ਸ਼ਿਕਾਰੀ ਨੇ ਆ ਕੇ ਉਹਨੂੰ ਦੂਰੋਂ ਦੇਖਿਆ ਹਿਰਨੀ ਸੁੱਤੀ ਹੈ, ਤਾਂ ਉਹਨੇ ਹਿਰਨੀ ਦੇ ਚਾਰੇ ਰਸਤੇ ਬੰਦ ਕਰਤੇ। ਇੱਕ ਪਾਸੇ ਜਾਲ ਤਾਣਤਾ, ਦੂਜੇ ਪਾਸੇ ਅੱਗ ਬਾਲਤੀ, ਤੀਜੇ ਪਾਸੇ ਸ਼ਿਕਾਰੀ ਕੁੱਤੇ ਖੜੇ ਕਰਤੇ, ਚੌਥੇ ਪਾਸੇ ਆਪ ਤੀਰ ਕਮਾਨ ਲੈ ਕੇ ਖੜ ਗਿਆ। ਅੱਗ ਦੇ ਭਾਂਬੜ ਮੱਚਣ ਦੀ ਆਵਾਜ਼ ਸੁਣ ਕੇ ਜਾਂ ਅੱਗ ਦਾ ਸੇਕ ਆਉਣ ਕਰਕੇ ਜਦ ਹਿਰਨੀ ਉੱਠ ਕੇ ਦੌੜੀ ਤਾਂ ਅੱਗੇ ਜਾਲ ਤਾਣਿਆ ਹੋਇਆ, ਦੂਜੇ ਪਾਸੇ ਗਈ ਤਾਂ ਕੁੱਤਾ ਖੜਾ, ਤੀਜੇ ਪਾਸੇ ਗਈ ਤਾਂ ਸ਼ਿਕਾਰੀ ਖੜਾ। ਸਾਰੇ ਰਸਤੇ ਬੰਦ ਦੇਖ ਕੇ ਉਸ ਵੇਲੇ ਨਿਰਾਸ਼ ਹੋ ਕੇ ਪ੍ਰਭੂ ਨੂੰ ਯਾਦ ਕਰਦੀ ਬੇਨਤੀ ਕਰਨ ਲੱਗੀ, ਹੈ ਦੀਨਾ ਬੰਧੂ, ਤੇਰੇ ਬਿਨਾਂ ਮੇਰਾ ਕੋਈ ਸਹਾਇਕ ਨਹੀਂ, ਹੁਣ ਜਲਦੀ ਆ ਕੇ ਮੇਰੀ ਰੱਖਿਆ ਕਰੋ। ਉਸ ਵੇਲੇ ਪਰਮੇਸ਼ਰ ਨੇ ਆਪਣੇ ਸੰਕਲਪ ਮਾਤਰ ਨਾਲ ਹੀ ਉਹਦੇ ਚਾਰੇ ਰਸਤੇ ਖੋਲ੍ਹਤੇ। ਪਹਿਲਾਂ ਬੜੀ ਹਨੇਰੀ ਚੱਲੀ, ਉਹਨੇ ਜਾਲ ਤੋੜ ਕੇ ਅੱਗ ਵਿੱਚ ਪਾਤਾ, ਹਨੇਰੀ ਨਾਲ ਜਾਲ ਉੱਡ ਗਿਆ, ਉਹ ਅੱਗ 'ਚ ਜਾ ਡਿੱਗਿਆ। ਇਸ ਤਰੀਕੇ ਨਾਲ ਹਰਨੀ ਦਾ ਰਸਤਾ ਖੁੱਲ੍ਹ ਗਿਆ। ਫਿਰ ਬੱਦਲਾਂ ਨੇ ਆ ਕੇ ਵਰਖਾ ਕੀਤੀ, ਅੱਗ ਬੁੱਝ ਗਈ, ਉਹ ਹਰਨੀ ਦਾ ਦੂਜਾ ਰਾਹ ਸਾਫ਼ ਹੋ ਗਿਆ। ਜਦ ਸ਼ਿਕਾਰੀ ਨੇ ਬਾਣ ਮਾਰਿਆ ਤਾਂ ਹੱਥ ਕੰਬਣ ਕਰਕੇ ਉਹ ਬਾਣ ਸ਼ਿਕਾਰੀ ਕੁੱਤੇ ਨੂੰ ਜਾ ਵੱਜਿਆ। ਇਸ ਵਜ੍ਹਾ ਨਾਲ ਹਰਨੀ ਦਾ ਤੀਜਾ ਰਾਹ ਵੀ ਖੁੱਲ੍ਹ ਗਿਆ। ਜਿਸ ਜਗ੍ਹਾ ਤੇ ਸ਼ਿਕਾਰੀ ਖੜਾ ਸੀ ਉੱਥੋਂ ਸੱਪ ਨਿਕਲ ਕੇ ਸ਼ਿਕਾਰੀ ਨੂੰ ਡੰਗ ਮਾਰ ਗਿਆ, ਸ਼ਿਕਾਰੀ ਵੀ ਉੱਥੇ ਹੀ ਚੜ੍ਹਾਈ ਕਰ ਗਿਆ। ਇਉਂ ਹਿਰਨੀ ਦਾ ਚੌਥਾ ਰਾਹ ਵੀ ਖੁੱਲ੍ਹ ਗਿਆ। ਹਰਨੀ ਆਪਣੇ ਸੁਖ ਆਨੰਦ ਨਾਲ ਜੰਗਲ 'ਚ ਆ ਕੇ ਵਿਚਰਨ ਲੱਗ ਪਈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ, ਭਾਈ ਤੁਸੀਂ ਇਹ ਨਿਯਮ ਸਮਝ ਲਓ, ਕੋਈ ਸਹਾਇਤਾ ਨਾ ਕਰ ਸਕੇ ਉੱਥੇ ਵਾਹਿਗੁਰੂ ਆਪ ਸਹਾਇਤਾ ਕਰਦਾ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਉੱਥੇ ਤੇਰੀ ਰਾਖ ਅਗਨੀ ਉਦਮ ਮਾਹੇ।
ਮਹਾਰਾਜ 10ਵੇਂ ਪਾਤਸ਼ਾਹ ਨੇ ਲਿਖਿਆ ਹੈ, ਜਿਸਨੋਂ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ, ਛੁਐ ਨਾ ਸਕੈ ਤੇ ਛਾਹੇ ਕੋ ਨਹੀਂ ਪਲ ਜਾਏ ਗਵਾਰ। ਜੇ ਸਾਧੂ ਸਰਣੀ ਪਰੇ ਤਿਨ ਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖ ਹੈ ਦੁਸ਼ਟ ਰਿਸ਼ਟ ਸੰਘਾਰ। ਜਿਸਕਾ ਸਾਸ ਨਾ ਕਾਢਤੇ ਆਪ, ਤਾਕੋ ਰਾਖਤ ਦੇ ਕਰ ਹਾਥ। ਜਿਸਨੋਂ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੋਂ ਤੂੰ ਰਖਵਾਲਾ ਜਿੱਤਾ ਤਿਨੈ ਭੈਣ। ਸੋ ਇਸ ਪ੍ਰਕਾਰ ਉਹ ਹਰਨੀ ਨੇ ਜਿਹੜੀ ਬੇਨਤੀ ਕੀਤੀ, ਸੋ ਇਸ ਪ੍ਰਕਾਰ ਉਹ ਕਿਸੇ ਕਵੀ ਨੇ ਇਸ ਪ੍ਰਕਾਰ ਵੀ ਕਾਵ ਰਚਨਾ ਵਿੱਚ ਲਿਖਿਆ, ਸੰਕਟ ਕਟੋ ਮੁਰਾਰੀ ਹਮਰਾ ਸੰਕਟ ਕਟੋ ਮੁਰਾਰੀ। ਸੰਕਟ ਮੈਂ ਇੱਕ ਸੰਕਟ ਬਨਿਓ ਅਰਜ ਕਰੇ ਮਿਰਗ ਨਾਰੀ। ਏਕ ओरले वावर गाडी एक ओर अग जारी। एक ओर सुहान की ठंडो एक ओर फंदकारी। उल्टत पवन लै वावर जारी सुहान गह्यो सस्कारी। भूमि ते सर्प जो निकस्यो जाय डस्यो फंदकारी। कूदत फांदत मृगनी निकसी उबरी सरन तिहारी। इस प्रकार ये सारी साखी महाराज दो पंक्तियां विचों उचारना कीती है। मृगी पेखंत बधिक प्रहारेण लक्ष्य आवद है। सो हरनी दे लक्ष्य निशाने, लक्ष्य हुंदा निशाना, हरनी दे निशाने नूं पेखंत देख के बधिक हुंदा शिकारी ने आवद है शस्त्र। सो बाण जिहड़ा सी प्रहारेण मारिया, प्रहार करना हमला करना, प्रहारेण भाव मारिया शस्त्र मारना कीता। अहो जस्य रखेण गोपाल है नानक रोम ना छेद्यते। जस्य पर अहो बड़ा आश्चर्य है, जस्य जी की रक्षा करने वाला प्रभु आप होवे तो उहदा कोई रोम भी नहीं छेद्य ते भाव कर सकता। इस करके महाराज कहने देखो हरनाक्ष ने प्रहलाद नूं कितना दुख दिता पर वो कुछ नहीं कर सकिया। सो इसे प्रकार महाराज सच्चे पातशाह ने बहुत चारे पासे साखियां लिखियां होईयां, जिवें तंदूए नूं बचाया, भाव तंदूए तो हाथी नूं बचाया, हरिहर क्षेत्र ते सारे पासे किरपा ही किरपा करते हैं जे कोई उन्हां दा बन जावे। बड़ियां साखियां आउंदियां ने, द्रौपदी की लाज रखी, प्रहलाद की लाज रखी, भगत नामदेव की लाज रखी, भाई तलोके की लाज रखी, विधि चंद की लाज रखी। फिर हरी लाल कृष्ण लाल ने बेनती की कि जिस मनुख की उम्र ही पूरी हो जाए तो परमेश्वर भी मारना चाहे फिर उन्होंने कोई रख सकता कि नहीं महाराज। जिसकी औध पुज जावे उन्होंने कोई रख नहीं सकता। जिसकी पूजा औध तिसै कौन राखई, वैद अन को पाव कहाँ लो भाखई। अंत समय इस प्राणी के बचाव वास्ते कोई जंतर मंत्र तंत्र भी नहीं चलता। सबै मंत्रहीणं सबै समय अंत कालं, भजो एक चित्तं सो कालं कृपालं। यह 223 अंग ते 10वें पातशाह महाराज सच्चे पातशाह ने बख्शिश की है।